ਅਸੀਂ ਚੇਤਨਾ ਚੈਨਲ ਦੇ ਦਰਸ਼ਕਾਂ ਦੇ ਨਾਲ ਪੰਜਾਬ ਵਿੱਚ ਪੰਜਾਬ ਦੇ ਵੱਖ-ਵੱਖ ਪੱਖ ਦੇ ਮੁੱਦਿਆਂ ਦੇ ਸੰਬੰਧੀ ਚਰਚਾ ਕਰਦੇ ਰਹਿੰਦੇ ਹਾਂ। ਇਸ ਵੇਲੇ ਜੋ ਇੱਕ ਪੰਜਾਬ ਵਿੱਚ ਮੁੱਦਾ ਭਖ ਰਿਹਾ ਸਕਾਲਰਸ਼ਿਪ ਦਾ, ਜਿਹਦੇ ਵਿੱਚ ਇੱਕ ਕਾਂਗਰਸ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਜਿਨ੍ਹਾਂ ਦਾ ਇੱਕ ਘਪਲਾ ਸਾਹਮਣੇ ਆਇਆ 64 ਕਰੋੜ ਦਾ। ਅਤੇ ਇਸ ਸੰਬੰਧ ਵਿੱਚ ਅਸੀਂ ਆਦਮਪੁਰ ਹਲਕੇ ਦੇ ਵਿਧਾਇਕ ਪਵਨ ਕੁਮਾਰ ਟੀਨੂ ਜੀ ਦੇ ਨਾਲ ਅੱਜ ਗੱਲਬਾਤ ਕਰਾਂਗੇ। ਟੀਨੂ ਜੀ, ਤੁਹਾਡਾ ਚੇਤਨਾ ਚੈਨਲ 'ਤੇ ਸਵਾਗਤ ਹੈ। ਥੈਂਕ ਯੂ ਜੀ ਪ੍ਰਦੀਪ ਜੀ, ਚੇਤਨਾ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਟੀਨੂ ਜੀ, ਜਿਹੜਾ ਸਾਧੂ ਸਿੰਘ ਧਰਮਸੋਤ ਦਾ ਘਪਲਾ ਸਾਹਮਣੇ ਆਇਆ ਅਤੇ ਜਿਹੜਾ 64 ਕਰੋੜ ਦਾ ਨਹੀਂ ਘਪਲਾ ਕੀਤਾ ਆ ਐਸਸੀ ਸਕਾਲਰਸ਼ਿਪ 'ਤੇ, ਕੀ ਕਹੋਗੇ? ਦੇਖੋ, ਇਹ ਜਿਹੜਾ ਕੇਂਦਰ ਸਰਕਾਰ ਦੇ ਫੰਡ ਹੁੰਦੇ ਆ, ਜਿਹੜੇ ਪੰਜਾਬ 'ਚ ਸ਼ਡਿਊਲਡ ਕਾਸਟ ਬੱਚਿਆਂ ਦੀ 10ਵੀਂ ਤੋਂ ਬਾਅਦ ਦੀ ਜਿਹੜੀ ਸਟੱਡੀ ਹੈ ਉਹਦੇ ਵਾਸਤੇ ਫੀਸ ਦੇ ਰੂਪ ਵਿੱਚ ਦਿੱਤੇ ਜਾਂਦੇ ਆ। ਅਤੇ ਇਹ ਸਕੀਮ ਵੈਸੇ ਤਾਂ ਬਹੁਤ ਦੇਰ ਤੋਂ ਚੱਲ ਰਹੀ ਹੈ, ਪਰ ਇਹਦਾ ਜਿਹੜਾ ਮਿਆਰ ਜਾਂ ਇਹਦਾ ਦਾਇਰਾ ਵੱਡਾ ਉਹ 2012 'ਚ ਹੋਇਆ ਸੀ। 2000 ਮੈਂ ਸਿੱਧੀ ਤੁਹਾਨੂੰ ਪ੍ਰਦੀਪ ਜੀ ਗੱਲ ਦੱਸਦਾ ਕਿ 2012 ਤੋਂ ਲੈ ਕੇ 2017 ਤੱਕ ਗਿਣਤੀ 40,000 ਤੋਂ ਵੱਧ ਕੇ ਇਹ 4,10,000 ਤੇ ਪਹੁੰਚ ਗਈ ਸੀ 2017 'ਚ। ਯਾਨੀ 2017 'ਚ 4,10,000 ਬੱਚੇ ਕੇਂਦਰ ਸਰਕਾਰ ਦੀ ਇਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਲਾਹਾ ਲੈ ਰਹੇ ਸੀ। ਅਲੱਗ-ਅਲੱਗ ਇੰਸਟੀਟਿਊਸ਼ਨ 'ਚ ਅਲੱਗ-ਅਲੱਗ ਸਟਰੀਮ ਵਿੱਚ ਪੜ੍ਹਾਈ ਕਰ ਰਹੇ ਸੀ। ਅਤੇ ਹੁਣ ਜਦੋਂ ਦੀ ਕਾਂਗਰਸ ਗਵਰਨਮੈਂਟ ਆਈ ਆ ਔਰ ਸਾਧੂ ਸਿੰਘ ਧਰਮਸੋਤ ਉਹਦੇ ਵੈਲਫੇਅਰ ਮੰਤਰੀ ਆ, ਜਿਨ੍ਹਾਂ ਦੇ ਥਰੂ ਕੇਂਦਰ ਸਰਕਾਰ ਇਹ ਪੈਸਾ ਡਿਸਬਰਸ ਕਰਦੀ, ਯਾਨੀ ਡਿਸਟਰੀਬਿਊਟ ਕਰਦੀ ਹੈ, ਕਿਉਂਕਿ ਕੇਂਦਰ ਦੇ ਹਰ ਪੈਸੇ ਹਰ ਫੰਡ ਲਈ ਸਟੇਟ ਗਵਰਨਮੈਂਟ ਇੱਕ ਏਜੰਸੀ ਹੁੰਦੀ ਹੈ। ਸੋ ਹੁਣ ਅਸੀਂ ਇਹ ਮਹਿਸੂਸ ਕੀਤਾ, ਦੇਖਿਆ, ਮੈਂ ਬੜੀ ਇਹਦੀ ਡੂੰਘਾਈ ਨਾਲ ਜਾਂਚ ਕੀਤੀ ਔਰ ਇਹਨਾਂ ਦੀਆਂ ਮੁਸ਼ਕਲਾਂ ਨੂੰ ਅਸੀਂ ਵਿਧਾਨ ਸਭਾ 'ਚ ਵੀ ਮੈਂ ਉਠਾਉਂਦਾ ਰਿਹਾ। ਅਤੇ ਇਹ ਕੇਂਦਰ ਦੇ ਪੈਸੇ ਜਦੋਂ ਆਉਂਦੇ ਸੀ ਉਹਨਾਂ ਨੂੰ ਟਾਈਮ ਸਿਰ ਇੰਸਟੀਟਿਊਸ਼ਨ ਨੂੰ ਜਾਂ ਕੰਸਰਨਡ ਸਟੂਡੈਂਟਸ ਨੂੰ ਨਹੀਂ ਦਿੱਤੇ ਜਾਂਦੇ ਸੀ, ਜਿਹਦੇ ਕਰਕੇ ਸਟੂਡੈਂਟਸ ਦੇ ਕੋਲੋਂ ਫਿਰ ਇੰਸਟੀਟਿਊਸ਼ਨ ਫੀਸਾਂ ਮੰਗਦੇ ਸੀ ਅਤੇ ਬਹੁਤੇ ਬੱਚੇ ਪਰੇਸ਼ਾਨ ਹੋ ਜਾਂਦੇ ਸੀ। ਅਤੇ ਜਦੋਂ ਨਵੇਂ ਦਾਖਲੇ ਹੁੰਦੇ ਸੀ ਅਤੇ ਕਾਲਜ ਵਾਲੇ ਉਹਨਾਂ ਨੂੰ ਕਹਿੰਦੇ ਸੀ ਪੈਸੇ ਲੈ ਕੇ ਆਓ ਕਿਉਂਕਿ ਗਵਰਨਮੈਂਟ ਨੇ ਤੁਹਾਡੀ ਫੀਸ ਨਹੀਂ ਭੇਜੀ। ਬਹੁਤ ਸਾਰੇ ਬੱਚੇ ਇਸ ਗੱਲੋਂ ਤੰਗ ਆ ਕੇ ਪੜ੍ਹਾਈ ਛੱਡ ਜਾਂਦੇ ਸੀ। ਸੋ ਕਰਦੇ 2017 ਤੋਂ ਲੈ ਕੇ ਅੱਜ ਤੱਕ 2020 ਤੱਕ ਇਹ ਹੁਣ 3.5 ਸਾਲ 'ਚ ਬੱਚਿਆਂ ਦੀ ਗਿਣਤੀ ਜਿਹੜੀ ਆ ਘਟ ਕੇ ਉਹ ਸਿਰਫ 1,75,000 ਦੇ ਕਰੀਬ ਰਹਿ ਗਈ ਹੈ। ਇਹ ਜਿਹੜਾ ਡਾਟਾ ਆ, ਮੈਂ MHRD ਦਾ ਡਾਟਾ ਆ, ਇਹ ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ ਦਾ, ਜਿਹੜੀ ਇਹਨਾਂ ਸਾਰੀਆਂ ਸਕੀਮਾਂ ਨੂੰ ਮੋਨੀਟਰ ਕਰਦੀ ਰਹਿੰਦੀ ਟਾਈਮ ਤੇ। ਸੋ ਜਦੋਂ ਅਸੀਂ 3.5 ਸਾਲ ਬਾਅਦ ਦੇਖਦੇ ਹਾਂ ਵੀ 1,75,000 ਗਿਣਤੀ ਰਹਿ ਗਈ ਆ, ਬਾਕੀ ਬੱਚਿਆਂ ਦੀ ਗਿਣਤੀ ਘਟੀ ਕਿਉਂ ਆ? ਉਹਦਾ ਕਾਰਨ ਇਹੀ ਲੱਭਦਾ ਸਿੱਧਾ ਸਾਦਾ ਕਿ ਪੰਜਾਬ ਗੌਰਮੈਂਟ ਜਿਹੜੀ ਏਜੰਸੀ ਸੀ ਉਹਨੇ ਪੈਸੇ ਟਾਈਮ ਸਿਰ ਜਾਰੀ ਨਹੀਂ ਕੀਤੇ। ਪਹਿਲਾਂ ਤਾਂ ਇੱਕ ਆਡਿਟ ਰਿਪੋਰਟ ਦੇ ਨਾਂ 'ਤੇ ਪੈਸੇ ਰੋਕੀ ਰੱਖੇ, ਹੁਣ ਆਡਿਟ ਰਿਪੋਰਟ ਤੋਂ ਬਾਅਦ ਵੀ ਕੋਈ ਕਿਸੇ ਇੰਸਟੀਟਿਊਸ਼ਨ 'ਤੇ ਕੋਈ ਕਾਰਵਾਈ ਨਹੀਂ ਹੋਈ, ਕੋਈ ਐਕਸ਼ਨ ਨਹੀਂ ਹੋਇਆ। ਅਤੇ ਹੁਣ ਆਹ ਜਿਹੜਾ ਤੁਸੀਂ ਹੁਣ ਸਾਧੂ ਸਿੰਘ ਧਰਮਸੋਤ ਦੇ ਇੱਕ ਸਕੈਂਡਲ ਵਿੱਚ ਫਸਣ ਦੀ ਗੱਲ ਕੀਤੀ ਹੈ, ਉਹ ਇੱਕ ਮੁੱਦਾ ਆ ਵੀ ਪੰਜਾਬ ਗੌਰਮੈਂਟ ਦੇ ਐਡੀਸ਼ਨਲ ਚੀਫ ਸੈਕਟਰੀ ਲੈਵਲ ਦੇ ਅਧਿਕਾਰੀ ਨੇ, ਜਿਨ੍ਹਾਂ ਦਾ ਨਾਂ ਕਿਰਪਾ ਸ਼ੰਕਰ ਸਰੋਜ ਹੈ, ਸੀਨੀਅਰ IAS ਅਫਸਰ ਆ, ਉਹਨਾਂ ਨੇ ਵੈਲਫੇਅਰ ਮਹਿਕਮੇ 'ਚ ਇੱਕ ਜਾਂਚ ਕੀਤੀ ਬਈ ਜਿਹੜਾ ਕੇਂਦਰ ਦਾ ਪੈਸਾ ਆਉਂਦਾ ਆ ਉਹ ਕਿਹੜੇ ਕਾਲਜਾਂ ਨੂੰ ਗਿਆ, ਕਿਹੜੇ ਬੱਚਿਆਂ ਨੂੰ ਗਿਆ, ਅਤੇ ਜੇ ਨਹੀਂ ਗਿਆ ਤਾਂ ਕਿਉਂ ਨਹੀਂ ਗਿਆ। ਤਾਂ ਉਹਨੇ ਬੜੀ ਲਿਖਤ ਡਿਟੇਲਡ ਰਿਪੋਰਟ ਇੱਕ ਜਿਹੜੀ ਆ ਜਾਂਚ ਕਰਕੇ ਉਹ ਮੁੱਖ ਮੰਤਰੀ ਸਾਹਿਬ ਨੂੰ ਦਿੱਤੀ, ਜਿਹਦੇ ਵਿੱਚ ਉਹਨੇ ਲਿਖਤੀ ਦੱਸਿਆ ਕਿ 39 ਕਰੋੜ ਰੁਪਈਆ ਐਸਾ ਆ ਜਿਹਦਾ ਕੋਈ ਰਿਕਾਰਡ ਨਹੀਂ ਲੱਭ ਰਿਹਾ ਬਈ ਉਹ ਕਿਹਨੂੰ ਦੇ ਦਿੱਤਾ ਗਿਆ।
ਫਿਰ ਉਹਨਾਂ ਨੇ ਉਹਦੇ ਵਿੱਚ ਲਿਖਿਆ ਕਿ ਸਰਕਾਰੀ ਡਾਕੂਮੈਂਟਸ ਦੇ ਵਿੱਚ, ਸਰਕਾਰੀ ਫਾਈਲਾਂ ਵਿੱਚ ਟੈਂਪਰਿੰਗ ਹੋਈ ਹੈ, ਰਿਕਾਰਡ ਪੁਰਾਣਾ ਪਾੜ ਕੇ ਨਵਾਂ ਉਹਦੇ ਵਿੱਚ ਰੱਖਿਆ ਗਿਆ। ਫਿਰ ਜਿਹੜੇ ਨਿਯਮ ਸੀ ਉਹਨਾਂ ਦੀ ਉਲੰਘਣਾ ਹੋਈ ਹੈ। ਫਿਰ ਉਹਨਾਂ ਨੇ ਕਿਹਾ ਵੀ ਵੱਖਰੇ ਬੈਂਕ ਅਕਾਊਂਟ ਖੋਲ੍ਹੇ ਗਏ ਆ, ਜਿਵੇਂ ਸਰਕਾਰੀ ਪੈਸਾ ਸਰਕਾਰੀ ਖਜ਼ਾਨੇ 'ਚ ਆਉਂਦਾ ਆ, ਸਰਕਾਰੀ ਖਜ਼ਾਨੇ 'ਚੋਂ ਵੈਲਫੇਅਰ ਡਿਪਾਰਟਮੈਂਟ 'ਚ ਆਉਂਦਾ ਆ, ਉਹ ਵੈਲਫੇਅਰ ਡਿਪਾਰਟਮੈਂਟ ਦੇ ਇੱਕ ਸਰਕਾਰੀ ਅਕਾਊਂਟ 'ਚ ਆਉਣ ਦੀ ਬਜਾਏ ਕੁਝ ਅਧਿਕਾਰੀਆਂ ਨੇ ਜਿਹੜੇ ਸਾਧੂ ਸਿੰਘ ਧਰਮਸੋਤ ਜੀ ਦੇ ਬੜੇ ਖਾਸਮ ਖਾਸ ਸੀਗੇ, ਉਹਨਾਂ ਨੇ ਵੱਖਰੇ ਖਾਤੇ ਬਣਾ ਕੇ ਉਹਨਾਂ ਵਿੱਚੋਂ ਪੈਸਾ ਟ੍ਰਾਂਸਫਰ ਕਰ ਲਿਆ ਤੇ ਆਪਣੇ ਚੁਣਿੰਦਾ ਪਸੰਦੀਦਾ ਜਿਹੜੇ ਪ੍ਰਾਈਵੇਟ ਕਾਲਜ ਸੀ ਉਹਨਾਂ ਨੂੰ ਪੇਮੈਂਟਾਂ ਕਰ ਦਿੱਤੀਆਂ। ਹੁਣ ਉਹਨਾਂ ਪੇਮੈਂਟਾਂ ਦਾ ਕੋਈ ਰਿਕਾਰਡ ਨਹੀਂ ਮਿਲ ਰਿਹਾ 39 ਕਰੋੜ ਦਾ। ਇੱਕ ਦੂਜਾ, ਇਹਦੇ ਵਿੱਚ ਜੋ ਉਹਨਾਂ ਨੇ ਲਿਖਤੀ ਰਿਪੋਰਟ 'ਚ ਕਿਹਾ ਆ ਬਈ 8 ਕਰੋੜ ਰੁਪਈਆ ਪੰਜਾਬ ਸਰਕਾਰ ਨੇ ਕੁਝ ਪ੍ਰਾਈਵੇਟ ਦਾਗੀ ਇੰਸਟੀਚਿਊਸ਼ਨ ਸੀ ਜਿਹੜੇ, ਉਹਨਾਂ ਕੋਲੋਂ ਰਿਕਵਰ ਕਰਨਾ ਸੀ ਕਿ ਉਹਨਾਂ ਨੇ ਗਲਤ ਡਾਕੂਮੈਂਟ ਪੇਸ਼ ਕਰਕੇ ਪੰਜਾਬ ਸਰਕਾਰ ਕੋਲੋਂ ਜਾਂ ਸੈਂਟਰ ਕੋਲੋਂ 8 ਕਰੋੜ ਰੁਪਈਆ ਲਿਆ। ਉਹਦੀ ਇਨਕੁਆਇਰੀ 'ਚ ਰਿਪੋਰਟ ਆ ਗਈ 8 ਕਰੋੜ ਰੁਪਈਆ। ਉਹ 8 ਕਰੋੜ ਉਹਨਾਂ ਕੋਲੋਂ ਰਿਕਵਰ ਕਰਨਾ ਸੀ ਪੰਜਾਬ ਸਰਕਾਰ ਨੂੰ। ਉਹ 8 ਕਰੋੜ ਰੁਪਈਆ ਰਿਕਵਰ ਕਰਨ ਦੀ ਬਜਾਏ ਸਾਧੂ ਸਿੰਘ ਧਰਮਸੋਤ ਜੀ ਦੇ ਖਾਸਮ ਖਾਸ ਅਫਸਰਾਂ ਨੇ ਉਹਨਾਂ ਕਾਲਜਾਂ ਨੂੰ 17 ਕਰੋੜ ਰੁਪਈਆ ਹੋਰ ਦੇ ਦਿੱਤਾ। ਉਹ ਨਹੀਂ ਰਿਕਵਰ ਕੀਤਾ, 17 ਕਰੋੜ ਰੁਪਈਆ ਹੋਰ ਉਹਨਾਂ ਨੂੰ ਦੇ ਦਿੱਤਾ। ਸੋ ਇਹ ਉਸ ਰਿਪੋਰਟ ਦੇ ਅੰਦਰ 17 ਕਰੋੜ ਇੱਕ, 8 ਕਰੋੜ ਇੱਕ ਤੇ 39 ਕਰੋੜ ਇੱਕ, ਇਹ ਲਿਖਤੀ ਉਹਨਾਂ ਨੇ ਦਰਜ ਕੀਤਾ ਇਹਦੇ ਵਿੱਚ। ਸੋ ਉਹਨਾਂ ਨੇ ਇਹ ਵੀ ਲਿਖਿਆ ਵਿੱਚ ਖਾਸ ਸ਼ਬਦ ਕਿ ਗੋਸਟ ਇੰਸਟੀਚਿਊਸ਼ਨ, ਯਾਨੀ ਭੂਤ ਇੰਸਟੀਚਿਊਸ਼ਨ ਜਿਹੜੇ ਉਹਨਾਂ ਨੂੰ ਪੈਸਾ ਦੇ ਦਿੱਤਾ ਗਿਆ। ਫਿਰ ਉਹਦੇ ਵਿੱਚ ਇਹ ਵੀ ਇੱਕ ਗੱਲ ਆਈ ਆ ਵੀ ਜਿਹੜੇ ਐਸੇ ਟੇਂਟਡ ਅਧਿਕਾਰੀ ਸੀ, ਡਿਪਟੀ ਡਾਇਰੈਕਟਰ, ਜਿਨ੍ਹਾਂ ਦੇ ਉੱਤੇ ਪਹਿਲਾਂ ਵੀ ਕਰਪਸ਼ਨ ਦੇ ਚਾਰਜ ਰਹੇ ਆ, ਉਹਨਾਂ ਨੂੰ ਧਰਮਸੋਤ ਜੀ ਨੇ ਸਾਰੀਆਂ ਪਾਵਰਾਂ ਦਿੱਤੀਆਂ ਹੋਈਆਂ ਸੀ ਲਿਖਤੀ ਵੀ ਇਹ ਪੇਮੈਂਟ ਜਿਹੜੀ ਆ ਉਹ ਦੂਜੇ ਇੰਸਟੀਚਿਊਸ਼ਨਾਂ ਨੂੰ ਕਰ ਸਕਦੇ ਆ। ਜਦ ਕਿ ਪ੍ਰਦੀਪ ਜੀ ਇਸ ਤੋਂ ਪਹਿਲਾਂ ਕਿਸੇ ਵੀ ਕਾਲਜ ਨੂੰ ਜਿਹੜੀ ਪੇਮੈਂਟ ਜਾਂਦੀ ਸੀ ਉਹ ਥਰੂ ਡਾਇਰੈਕਟੋਰੇਟ ਦੇ ਪੂਰਾ ਇੱਕ ਚੈਨਲ ਸੀ, ਉਹਦੇ ਥਰੂ ਸਕਰੂਟਨੀ ਹੋ ਕੇ ਜਾਂਦੀ ਸੀ। ਪਰ ਸਾਧੂ ਸਿੰਘ ਜੀ ਨੇ ਉਹ ਚੈਨਲ ਜਿਹੜਾ ਸੀ ਉਹਨੂੰ ਖਤਮ ਕਰਕੇ ਆਪਣਾ ਅਧਿਕਾਰੀ ਉੱਥੇ ਲਾ ਕੇ ਪਰਮਿੰਦਰ ਸਿੰਘ ਗਿੱਲ, ਉਹਦੇ ਥਰੂ ਇਹ ਸਾਰਾ ਅੰਜਾਮ ਜਿਹੜਾ ਘਪਲਾ ਆ ਉਹਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਲੇਕਿਨ ਜਦੋਂ ਪੰਜਾਬ 'ਚ ਪ੍ਰੋਬਲਮ ਆਈ, ਮੈਂ ਪੰਜਾਬ ਦੀ ਵਿਧਾਨ ਸਭਾ 'ਚ ਇਹਦਾ ਬਹੁਤ ਰੌਲਾ ਪਾਇਆ। ਇੱਕ ਵਾਰੀ ਤਾਂ ਮੈਂ ਸਾਧੂ ਸਿੰਘ ਧਰਮਸੋਤ ਨੂੰ ਵਿਧਾਨ ਸਭਾ 'ਚ ਕਿਹਾ ਸੀ ਵੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਫੰਡਾਂ 'ਚ ਤੁਸੀਂ ਮੇਰੇ ਨਾਲ ਬਹਿਸ ਕਰ ਲਓ ਵਿਧਾਨ ਸਭਾ 'ਚ, ਜੇ ਮੈਂ ਤੁਹਾਡੇ ਘਪਲੇ 'ਚ ਸ਼ਾਮਲ ਹੋਣ ਦਾ ਪ੍ਰੂਫ ਨਾ ਪੇਸ਼ ਕਰ ਸਕਿਆ, ਮੈਂ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦੂੰਗਾ। ਇਹ ਰਿਕਾਰਡ 'ਚ ਹੈ। ਪਰ ਮੈਂ ਜੇ ਸਾਬਤ ਕਰ ਦਿੱਤਾ ਫਿਰ ਮਾਨਯੋਗ ਮੰਤਰੀ ਜੀ ਤੁਹਾਨੂੰ ਅਸਤੀਫਾ ਦੇਣਾ ਪਊਗਾ। ਤਾਂ ਉੱਥੇ ਮਾਹੌਲ ਇੱਦਾਂ ਦਾ ਵਿਧਾਨ ਸਭਾ 'ਚ ਹੋ ਗਿਆ ਸੀ ਕਿ ਸਪੀਕਰ ਨੂੰ ਕਹਿਣਾ ਪਿਆ ਸਾਧੂ ਸਿੰਘ ਜੀ ਤੁਸੀਂ ਤਿਆਰੀ ਕਰਕੇ ਨਹੀਂ ਆਉਂਦੇ, ਤੇ ਸਾਧੂ ਸਿੰਘ ਜੀ ਨੇ ਮੂੰਹ ਥੱਲੇ ਕਰ ਲਿਆ ਸੀ, ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਸੀ। ਸੋ ਅਨੇਕਾਂ ਵਾਰ ਅਸੀਂ ਇਸ ਮੁੱਦੇ ਨੂੰ ਮੈਂ ਉਠਾਉਂਦਾ ਰਿਹਾ। ਪਿਛਲੇ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਵੀ ਮੈਂ ਜਦੋਂ ਇਸ ਮੁੱਦੇ ਨੂੰ ਉਠਾਇਆ ਸੀ, ਜੇ ਤੁਹਾਨੂੰ ਯਾਦ ਹੋਵੇ ਤਾਂ, ਉਸ ਵੇਲੇ ਜਦੋਂ ਮੈਂ ਫਾਈਨੈਂਸ ਮਿਨਿਸਟਰ ਨੂੰ ਪੁੱਛਿਆ ਵੀ ਤੁਸੀਂ ਪੰਜਾਬ ਦੇ ਖਜ਼ਾਨੇ 'ਚੋਂ, ਮੈਂ ਉੱਥੇ ਸੀਗਾ ਉਸ ਵੇਲੇ ਜਦੋਂ ਹੋਇਆ ਤੁਹਾਡੀ। ਅੱਛਾ, ਤੁਸੀਂ ਦੇਖਿਆ ਹੋਣਾ, ਸਾਰਾ ਸੀਨ ਸਾਰਾ ਦੇਖਿਆ ਹੋਣਾ। ਜਦੋਂ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਪੰਜਾਬ ਦੇ ਖਜ਼ਾਨੇ 'ਚੋਂ, ਪੰਜਾਬ ਦੇ ਬਜਟ ਵਿੱਚੋਂ ਜਿੰਨੀ ਵਾਰੀ ਵੀ ਸਾਨੂੰ ਕਹਿੰਦੇ ਆ ਵੀ ਅਸੀਂ ਇੰਨੇ 100 ਕਰੋੜ ਦੇ ਦਿੱਤਾ, ਇੰਨੇ 100 ਦੇ ਦਿੱਤਾ, ਪਰ ਪ੍ਰੈਕਟੀਕਲੀ ਦਿੰਦੇ 1 ਰੁਪਈਆ ਵੀ ਨਹੀਂ, ਇਹਦਾ ਕੀ ਕਾਰਨ ਹੈ? ਦੂਜਾ, ਜਿਹੜਾ ਕੇਂਦਰ 'ਚੋਂ ਫੰਡ ਹੁੰਦੇ ਆ ਤੁਸੀਂ ਉਹ ਵੀ ਟਾਈਮ ਸਿਰ ਨਹੀਂ ਦਿੰਦੇ। ਇਹ ਕੀ ਸਾਡੇ ਨਾਲ ਤੁਸੀਂ ਕਿਹੜੀ ਦੁਸ਼ਮਣੀ ਕੱਢ ਰਹੇ ਆ? ਤਾਂ ਉਸ ਵੇਲੇ ਕਾਂਗਰਸ ਦੇ ਕੁਝ ਐਮਐਲਏ ਜਿਹੜੇ ਆ ਉਹ ਬੜਾ ਗੁੰਡਿਆਂ ਵਾਂਗੂ ਵਿਧਾਨ ਸਭਾ 'ਚ ਪੇਸ਼ ਆਏ ਸੀ, ਤੇ ਜਿਹੜਾ ਸਾਰਾ ਤੁਹਾਨੂੰ ਪਤਾ ਆ। ਸੋ ਮਸਲਾ ਹੁਣ ਇਹ ਆ ਵੀ ਪੰਜਾਬ ਸਰਕਾਰ, ਮੁੱਖ ਮੰਤਰੀ ਜੀ ਸਾਧੂ ਸਿੰਘ ਧਰਮਸੋਤ ਨੂੰ ਬਚਾਉਣਾ ਚਾਹੁੰਦੇ ਆ, ਤੇ ਜਿਹੜਾ ਸਾਡੇ ਸਮਾਜ ਦੇ ਬੱਚਿਆਂ ਦਾ ਨੁਕਸਾਨ ਹੋ ਗਿਆ, ਗਿਣਤੀ ਘਟ ਗਈ, ਹਰ ਸਾਲ ਲੱਖ ਬੱਚਾ ਇੰਸਟੀਚਿਊਸ਼ਨ ਤੋਂ ਦੂਰ ਹੋ ਗਿਆ। ਅੱਛਾ, ਇੱਕ ਤਾਂ ਇਹ ਮੁੱਦਾ ਆ। ਦੂਜਾ,
ਜਿਨ੍ਹਾਂ ਨੂੰ ਪਿਛਲੇ 3 ਸਾਲ ਜਿਨ੍ਹਾਂ ਬੱਚਿਆਂ ਨੂੰ ਫੀਸ ਨਹੀਂ ਗਈ, ਤਾਂ ਪ੍ਰਾਈਵੇਟ ਕਾਲਜ ਜਿਹੜੇ ਆ ਉਹ ਉਹਨਾਂ ਦੀਆਂ ਡਿਗਰੀਆਂ ਤੇ ਉਹਨਾਂ ਦੇ ਸਰਟੀਫਿਕੇਟ ਰੋਕ ਕੇ ਬੈਠੇ ਆ। ਈਵਨ ਪ੍ਰਾਈਵੇਟ ਨਹੀਂ, ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਜਿਹੜੀ ਡਾਇਰੈਕਟ ਪੰਜਾਬ ਸਰਕਾਰ ਦੇ ਥੱਲੇ ਆ, ਉਹਨੇ ਵੀ ਉਹਦੇ ਵਾਈਸ ਚਾਂਸਲਰ ਨੇ ਇੱਕ ਚਿੱਠੀ ਜਾਰੀ ਕਰਕੇ ਕਿਹਾ ਕਿ ਅਸੀਂ ਉਨੀ ਦੇਰ ਕਿਸੇ ਸ਼ਡਿਊਲ ਕਾਸਟ ਬੱਚੇ ਨੂੰ ਡਿਗਰੀ ਨਹੀਂ ਦੇਵਾਂਗੇ ਜਿੰਨੀ ਦੇਰ ਉਹ ਆਪਣੀ ਪੈਂਡਿੰਗ ਜਿਹੜੀ ਫੀਸ ਆ ਉਹ ਜਮ੍ਹਾਂ ਨਹੀਂ ਕਰਾਉਂਦਾ, ਜਦ ਕਿ ਉਹਦੀ ਫੀਸ ਕੇਂਦਰ ਚੋਂ ਪੰਜਾਬ ਸਰਕਾਰ ਕੋਲ ਆ ਚੁੱਕੀ ਹੈ। ਹੁਣ ਦੱਸੋ ਦੋਸ਼ੀ ਕੌਣ ਹੈ? ਮੁੱਖ ਮੰਤਰੀ ਜੀ ਸਾਧੂ ਸਿੰਘ ਨੂੰ ਬਚਾਉਣਾ ਚਾਹੁੰਦੇ ਆ, ਉਹ ਕਰਪਟ ਅਧਿਕਾਰੀਆਂ ਨੂੰ ਬਚਾਉਣਾ ਚਾਹੁੰਦੇ, ਇਸ ਕਰਕੇ ਇੱਕ ਜਾਂਚ ਦੇ ਉੱਤੇ ਜਾਂਚ ਲਾਤੀ। ਇੱਕ IAS ਅਫਸਰ ਸੀਨੀਅਰ ਨੇ ਪਹਿਲਾਂ ਜਾਂਚ ਕੀਤੀ ਆ, ਹੁਣ ਇੱਕ ਹੋਰ ਦੀ ਲਾਤੀ ਆ। ਹੁਣ ਕਿੰਨੇ ਦੇਰ ਲੱਗੂਗਾ, ਕਿੰਨੇ ਸਾਲ ਮਹੀਨੇ ਲੱਗਣਗੇ? ਅਸੀਂ ਕੱਲ ਕੇਂਦਰ ਦੇ ਮਾਨਯੋਗ ਮੰਤਰੀ ਥਾਵਰ ਚੰਦ ਗਹਿਲੋਤ ਜੀ ਨੂੰ ਮਿਲੇ ਆ। ਅਸੀਂ ਡਿਮਾਂਡ ਕੀਤੀ ਆ ਵੀ ਇਹਦੇ ਵਿੱਚ CBI ਇਨਕੁਆਇਰੀ ਕਰਾਓ। ਜੇ ਪੰਜਾਬ ਸਰਕਾਰ CBI ਇਨਕੁਆਇਰੀ ਨੂੰ, ਜਾਂਚ ਨੂੰ ਨਹੀਂ ਮੰਨਦੀ, ਫਿਰ ਤੁਸੀਂ ਹਾਈ ਕੋਰਟ ਦੇ ਕਿਸੇ ਸਿਟਿੰਗ ਜੱਜ ਕੋਲੋਂ ਜਾਂਚ ਕਰਵਾ ਲਓ। ਤੇ ਲੇਕਿਨ ਕੱਲ ਮੰਤਰੀ ਜੀ ਨੇ ਸਾਨੂੰ ਦਿੱਲੀ ਇਹ ਭਰੋਸਾ ਦਿੱਤਾ ਕਿ ਚਲੋ ਤੁਹਾਡੀ CBI ਵਾਲੀ, ਜੱਜ ਸਾਹਿਬ ਵਾਲੀ ਜਿਹੜੀ ਡਿਮਾਂਡ ਆ ਉਹਨੂੰ ਵੀ ਅਸੀਂ ਵਿਚਾਰ ਕਰ ਲਾਂਗੇ, ਲੇਕਿਨ ਅਸੀਂ ਚੀਫ ਸੈਕਟਰੀ ਜਾਂ ਉਸ ਤੋਂ ਸੀਨੀਅਰ ਲੈਵਲ ਦੇ ਦਿੱਲੀ ਦੇ ਇੱਕ ਅਫਸਰ ਨੂੰ ਅਸੀਂ ਇਹਦੀ ਜਾਂਚ ਕਰਨ ਲਈ ਭੇਜ ਰਹੇ ਹਾਂ। ਜਿਹੜਾ ਸੈਂਟਰ ਵੱਲੋਂ ਪੈਸਾ ਆਉਂਦਾ ਆ ਸਕਾਲਰਸ਼ਿਪ ਸਕੀਮ ਤੋਂ, ਉਹ 2015, 16, 17, 18, 19, 20 ਦਾ ਨਹੀਂ ਆਇਆ ਹੈਗਾ। 1800 ਕਰੋੜ ਰੁਪਈਆ ਪੈਂਡਿੰਗ ਆ। ਇਹਦੇ ਸੰਬੰਧੀ ਵੀ ਤੁਸੀਂ ਇਸ ਮੰਗ ਪੱਤਰ ਵਿੱਚ ਡਿਮਾਂਡ ਕੀਤੀ ਕਿ ਨਹੀਂ? ਪ੍ਰਦੀਪ ਜੀ, ਇਹ ਗੱਲ ਜਿਹੜੀ ਤੁਸੀਂ ਕੀਤੀ ਹੈ ਨਾ, ਇਹੀ ਗੱਲ ਧਰਮਸੋਤ ਕਹਿੰਦੇ ਰਹੇ, ਪੰਜਾਬ ਸਰਕਾਰ ਕਹਿੰਦੀ ਰਹੀ ਕਿ ਬਈ ਦਿੱਲੀ ਸਰਕਾਰ ਪੈਸਾ ਨਹੀਂ ਭੇਜ ਰਹੀ ਜੀ, ਪੈਸਾ ਨਹੀਂ ਭੇਜ ਰਹੀ ਜੀ। ਅਸਲ 'ਚ ਇੱਦਾਂ ਨਹੀਂ ਹੈ। ਅਸਲ 'ਚ ਦਿੱਲੀ ਗੌਰਮੈਂਟ ਨੇ 2012 ਤੋਂ ਲੈ ਕੇ 2017 ਤੱਕ 5 ਸਾਲ ਉਹਨਾਂ ਨੇ 1056 ਕਰੋੜ ਰੁਪਈਆ, 25 ਲੱਖ ਰੁਪਈਆ ਉਹ ਇਹਨਾਂ ਨੂੰ 5 ਸਾਲਾਂ 'ਚ ਹੁਣ ਭੇਜਿਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ। ਉਹਦੀ ਡਿਟੇਲ ਵੀ ਮੇਰੇ ਕੋਲ ਡੇਟ ਵਾਈਜ਼ ਸਾਰੀ ਹੈਗੀ, ਲੈ ਲਿਓ। ਹੁਣ ਸਾਧੂ ਸਿੰਘ ਧਰਮਸੋਤ ਦੀਆਂ ਤੁਸੀਂ 15 ਦਿਨ ਪਹਿਲਾਂ ਦੀਆਂ ਸਟੇਟਮੈਂਟਾਂ ਦੇਖੋਗੇ ਤਾਂ ਉਹ ਲਗਾਤਾਰ ਸੈਂਟਰ ਗਵਰਨਮੈਂਟ ਨੂੰ ਅਕਿਊਜ਼ ਕਰਦੇ ਆ ਵੀ ਸੈਂਟਰ ਨਹੀਂ ਪੈਸਾ ਭੇਜ ਰਿਹਾ, ਸੈਂਟਰ ਨਹੀਂ ਪੈਸਾ ਭੇਜ ਰਿਹਾ। ਤੇ 4 ਦਿਨ ਪਹਿਲਾਂ ਦੀ ਤੁਸੀਂ ਇੱਕ ਹੁਣ ਉਹਨਾਂ ਦੀ ਜੇ ਵੀਡੀਓ ਬਾਈਟ ਦੇਖੋ, ਜਦੋਂ ਘਪਲੇ 'ਚ ਫਸ ਗਏ, ਤਾਂ ਹੁਣ ਉਲਟ ਉਸ ਐਡੀਸ਼ਨਲ ਚੀਫ ਸੈਕਟਰੀ IAS ਅਫਸਰ ਤੇ ਦੋਸ਼ ਲਾਉਣ ਲੱਗ ਗਿਆ ਬਈ ਇਹ ਨਾ ਮੇਰੀ ਲੱਗਦੀ ਆ, ਇਹ ਨਾ ਮੇਰੀ ਬਣਦੀ ਨਹੀਂ, ਇਸ ਕਰਕੇ ਇਹਨੇ ਆ ਘਪਲੇ ਵਾਲੀ ਗੱਲ ਜਿਹੜੀ ਆ ਬਣਾਤੀ ਆ। ਫਿਰ ਕੀ ਕਹਿ ਰਿਹਾ ਹੁਣ? ਕਹਿੰਦਾ 309 ਕਰੋੜ ਰੁਪਈਆ ਸਾਡੇ ਕੋਲੋਂ 10 ਮਹੀਨਿਆਂ ਤੋਂ ਆਇਆ ਹੋਇਆ ਦਿੱਲੀ ਦਾ। ਆਪ ਹੀ ਕਹਿ ਰਿਹਾ ਕਿ 10 ਮਹੀਨੇ ਹੋ ਗਏ, 309 ਕਰੋੜ ਰੁਪਈਆ ਸਾਡੇ ਕੋਲ ਆਇਆ ਹੋਇਆ, ਵੰਡਿਆ ਨਹੀਂ, ਅਸੀਂ ਵੰਡਿਆ ਨਹੀਂ। ਕਹਿੰਦਾ ਦੇਖੋ ਆਪੇ ਫਸ ਗਿਆ। ਪਹਿਲਾਂ ਇਹ ਕਹਿ ਰਿਹਾ ਸੀ ਤਾਂ ਹੁਣ ਕਹਿੰਦਾ ਸਾਡੇ ਕੋਲ ਆਇਆ ਪਿਆ, ਅਸੀਂ ਵੰਡਿਆ ਨਹੀਂ, ਜਦੋਂ ਫਸ ਗਿਆ। ਸੋ ਇਹ ਸਾਰਾ ਡਬਲ ਸਟੈਂਡਰਡ ਸੀ ਇਹਨਾਂ ਦਾ, ਕਾਂਗਰਸ ਗਵਰਨਮੈਂਟ ਦਾ, ਵੀ ਆਪ ਜਿਹੜੀ ਕਰਤੂਤ ਕਰ ਰਹੇ ਆ 3.5 ਸਾਲਾਂ ਤੋਂ, ਵੀ ਉਹਨੂੰ ਪਿੱਛੇ ਕਰਨ ਲਈ ਲੋਕਾਂ ਦੇ ਦਿਮਾਗ 'ਚ ਉਹ ਨਾ ਜਾਵੇ, ਐਵੇਂ ਪਿਛਲੀ ਗੱਲ ਕਰੀ ਜਾਓ। ਦੇਖੋ ਇਹ ਕੋਈ ਮੰਨੋ ਨਾ ਮੰਨੋ, ਆਪਾਂ ਨੂੰ ਅਸਲੀਅਤ ਨੂੰ ਆਪਾਂ ਝੁਠਲਾ ਨਹੀਂ ਸਕਦੇ। 2012 ਤੋਂ ਲੈ ਕੇ 2017 ਤੱਕ ਜਿੰਨੀ ਦੇਰ ਸਾਡੀ ਸਰਕਾਰ ਰਹੀ ਆ, ਬੱਚਿਆਂ ਦੀ ਗਿਣਤੀ 40,000 ਤੋਂ ਵੱਧ ਕੇ 4,10,000 ਹੋਈ ਹੈ। ਸਾਡੀ ਪ੍ਰਾਪਤੀ ਹੈ, ਇਹ ਸਾਡੀ ਪ੍ਰਾਪਤੀ ਆ। ਤੇ ਹੁਣ ਜਦੋਂ ਦੇ ਅਮਰਿੰਦਰ ਸਿੰਘ ਜੀ ਦੀ ਸਰਕਾਰ ਆਈ ਆ, 2017 ਤੋਂ ਲੈ ਕੇ ਅਗਸਤ 2020 ਤੱਕ, ਹੁਣ ਗਿਣਤੀ ਕਿੰਨੀ ਰਹਿ ਗਈ ਆ? 1,75,000 ਦੇ ਕਰੀਬ। ਇਹਦੇ ਉੱਤੇ ਕੋਈ ਸਪਸ਼ਟੀਕਰਨ ਦੇ ਸਕਦੀ ਸਰਕਾਰ ਵੀ ਕਿਉਂ ਘਟੀ ਆ? ਘਟਣ ਦਾ ਕਾਰਨ ਇਹ ਆ, ਨੰਬਰ 1। ਨੰਬਰ 2, ਤੁਹਾਡੀ ਸਰਕਾਰ ਵੇਲੇ ਵੀ ਬੱਚਿਆਂ ਨੂੰ ਰੋਲ ਨੰਬਰ ਨਹੀਂ ਮਿਲਦੀ, ਸੜਕਾਂ ਤੇ ਬਹਿਣਾ ਪੈਂਦਾ ਸੀ। ਦੇਖੋ ਮੈਂ ਇਹ ਗੱਲ, ਜੋ ਹਾਲਾਤ ਅੱਜ ਬਣੇ ਆ, ਬੱਚਿਆਂ ਨੂੰ ਡਿਗਰੀਆਂ ਨਹੀਂ ਮਿਲ ਰਹੀਆਂ, ਬੱਚਿਆਂ ਨੂੰ ਗਿਣਤੀ ਘਟ ਗਈ। ਉਦੋਂ ਗਿਣਤੀ ਨਹੀਂ ਘਟੀ, ਗਿਣਤੀ ਵਧੀ। ਉਹਦਾ ਕਾਰਨ ਇਹ ਸੀ, ਉਦੋਂ ਕੇਂਦਰ ਸਰਕਾਰ ਨੂੰ ਇਹ ਲੱਗਦਾ ਹੁੰਦਾ ਸੀ ਵੀ ਹਰ 6 ਮਹੀਨੇ ਬਾਅਦ, ਸਾਲ ਬਾਅਦ ਪੰਜਾਬ 'ਚ ਗਿਣਤੀ ਵਧੀ ਜਾਂਦੀ ਆ, ਵੀ ਇੰਨੀ ਗਿਣਤੀ ਕਿਉਂ ਵੱਧ ਰਹੀ ਆ। ਉਹ ਅਫਸਰ IAS ਅਧਿਕਾਰੀ ਥੋੜ੍ਹੇ ਸ਼ੱਕੀ ਵੀ ਹੁੰਦੇ ਆ, ਉਹ ਕਈ ਵਾਰੀ 2 ਮਹੀਨੇ 4 ਮਹੀਨੇ ਪੇਮੈਂਟ ਰੋਕ ਲੈਂਦੇ ਸੀ ਵੀ ਤੁਸੀਂ ਇੰਨੀ ਗਿਣਤੀ ਕਿਉਂ ਵਧੀ ਜਾਂਦੀ ਬੱਚਿਆਂ ਦੀ। ਫਿਰ ਜਦੋਂ
ਜਾ ਕੇ ਉਦੋਂ ਸਾਡੀ ਸਰਕਾਰ 'ਚ ਅਸੀਂ ਜਾ ਕੇ ਦੱਸਿਆ ਵੀ ਇਹ ਜਿਹੜਾ ਸੂਬਾ ਆ ਇਹ ਦੇਸ਼ ਦਾ ਐਸਾ ਸੂਬਾ ਆ ਜਿੱਥੇ 35% ਸ਼ਡਿਊਲ ਕਾਸਟ ਆਬਾਦੀ ਹੈ। ਇੱਕ ਨੰਬਰ 2, ਸਾਡੀ ਸਰਕਾਰ ਨੇ ਇਸ ਸਕੀਮ ਦੀ ਮਸ਼ਹੂਰੀ ਬਹੁਤ ਕੀਤੀ ਹੈ, ਇਹਨੂੰ ਲੋਕਾਂ ਤੱਕ ਪਹੁੰਚਾਇਆ ਸੀ ਵੀ ਤੁਸੀਂ ਹਰ ਬੱਚਾ ਇਹਦਾ ਫਾਇਦਾ ਲਵੇ। ਅਸੀਂ ਅਖਬਾਰਾਂ 'ਚ, ਅਸੀਂ ਟੈਲੀਵਿਜ਼ਨ 'ਚ, ਅਸੀਂ ਵੈਲਫੇਅਰ ਦਫ਼ਤਰਾਂ 'ਚ ਪੋਸਟਰ ਲਾਏ। ਈਵਨ ਅਸੀਂ ਜਿਹੜੇ ਪ੍ਰਾਈਵੇਟ ਤੇ ਸਰਕਾਰੀ ਕਾਲਜ ਸੀਗੇ ਅਸੀਂ ਉਹਨਾਂ ਦੇ ਮੂਹਰੇ ਪੋਸਟਰ ਲਵਾਤੇ ਸੀ ਬਈ ਬੱਚਾ ਗੇਟ 'ਚ ਵੜਦਾ ਪੜ੍ਹੇ ਕਿ ਆਹ ਮੇਰੀਆਂ ਸਕੀਮਾਂ ਯਾਰ ਮੈਂ ਇਹਦਾ ਫਾਇਦਾ ਲਵਾਂ। ਇਸ ਕਰਕੇ ਗਿਣਤੀ ਵੱਧ ਗਈ ਸੀ, ਤੇ ਜਦੋਂ ਗਿਣਤੀ ਵੱਧਦੀ ਆ ਤੇ ਉਹਦੇ ਨਾਲ ਥੋੜ੍ਹੀ ਥੋੜ੍ਹੀ ਕਿਤੇ ਪ੍ਰੋਬਲਮ ਆਉਂਦੀ ਸੀ। ਉਹ ਤਾਂ ਅੱਜ ਕੋਈ ਵੀ ਦੇਖ ਲਓ ਆਉਂਦੀ ਹਰ ਥਾਂ। ਲੇਕਿਨ ਜਿਹੋ ਜਿਹੇ ਹਾਲਾਤ ਅੱਜ ਬਣੇ ਹੋਏ ਆ ਵੀ ਬੱਚਿਆਂ ਨੂੰ ਡਿਗਰੀਆਂ ਨਹੀਂ ਮਿਲ ਰਹੀਆਂ, ਘਪਲੇ ਹੋ ਰਹੇ ਆ, ਬੁਰੀ ਹਾਲਤ ਆ, ਕੋਈ ਪੁੱਛਣ ਵਾਲਾ ਨਹੀਂ। ਮੈਨੂੰ ਅਫਸੋਸ ਇਸ ਗੱਲ ਦਾ ਵੀ ਆ ਵੀ ਜਿਹੜੇ ਰਿਜ਼ਰਵ ਸੀਟਾਂ ਤੋਂ ਸਾਡੇ ਭਰਾ ਜਿੱਤ ਕੇ ਆਏ ਆ, ਚਾਹੇ ਉਹ ਕਾਂਗਰਸ 'ਚ ਆ, ਉਹ ਕਿਉਂ ਨਹੀਂ ਬੋਲਦੇ? ਸਾਨੂੰ ਹੋਰ ਕੁਛ ਨਹੀਂ ਚਾਹੀਦਾ ਇਸ ਦੇਸ਼ ਕੋਲੋਂ, ਸਾਨੂੰ ਕੁਆਲਿਟੀ ਐਜੂਕੇਸ਼ਨ ਚਾਹੀਦੀ ਹੈ। ਜੇ ਕੁਆਲਿਟੀ ਐਜੂਕੇਸ਼ਨ ਆ ਜਾਵੇ ਫਿਰ ਅਸੀਂ ਚੰਗੀ ਨੌਕਰੀ ਵੀ ਹਥਿਆ ਸਕਦੇ ਹਾਂ, ਫਿਰ ਸਾਡੇ ਬੱਚੇ ਕਾਬਲੀਅਤ ਦੇ ਆਧਾਰ 'ਤੇ ਆਪਣੇ ਪੈਰਾਂ 'ਤੇ ਖੜੇ ਹੋ ਜਾਣਗੇ। ਠੀਕ ਹੈ, ਰਾਜਨੀਤੀ ਆਪਣੀ ਜਗ੍ਹਾ ਆ, ਪਰ ਕੁਝ ਮੁੱਦੇ ਐਸੇ ਹੁੰਦੇ ਆ ਜਿਹਦੇ ਉੱਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਨੂੰ ਆਪਣੀ ਪਾਰਟੀ ਵਿੱਚ ਵੀ ਬੋਲਣਾ ਚਾਹੀਦਾ ਹੈ। ਤੇ ਨਾ ਤਾਂ ਕਾਂਗਰਸ 'ਚ ਬੈਠੇ ਜਿਹੜੇ ਸਾਡੇ ਭਾਈਚਾਰੇ ਦੇ MLA ਸਾਹਿਬਾਨ ਆ, MP ਸਾਹਿਬਾਨ ਆ, ਨਾ ਤਾਂ ਆਪਣੀ ਪਾਰਟੀ ਪਲੇਟਫਾਰਮ ਤੇ ਬੋਲੇ ਬਈ ਸਾਧੂ ਸਿੰਘ ਧਰਮਸੋਤ ਨੂੰ ਰੋਕੋ ਇਹ ਜਿਹੜੇ ਕੰਮ ਕਰ ਰਿਹਾ, ਤੇ ਨਾ ਹੀ ਕਦੀ ਵਿਧਾਨ ਸਭਾ 'ਚੋਂ ਬੋਲੇ। ਪਰ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਉਦੋਂ ਜਿਹੜੇ ਅਕਾਲੀ ਦਲ ਵਿੱਚ ਦਲਿਤ MLA ਸੀ ਉਹ ਵੀ ਨਹੀਂ ਬੋਲਦੇ ਹੁੰਦੇ ਸੀ ਇਸ ਵੇਲੇ। ਇਹ ਮੇਰੇ ਕੋਲ ਤਾਂ ਰਿਕਾਰਡ ਆ, ਮੇਰੀ ਪੰਜਾਬ ਦੀ ਵਿਧਾਨ ਸਭਾ 'ਚ ਉਸ ਵੇਲੇ ਦੇ ਮਿਨਿਸਟਰ ਮਦਨ ਮੋਹਨ ਮਿੱਤਲ ਜੀ ਨਾਲ ਤੂੰ ਮੈਂ ਹੋ ਪਈ ਸੀ। ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਇਹਦੀ ਟਾਈਮਜ਼ ਆਫ ਇੰਡੀਆ ਦੀ, ਟ੍ਰਿਬਿਊਨ ਦੀ ਖਬਰ ਵੀ ਕੱਢ ਕੇ ਦੱਸ ਦਿਆਂ। ਇਸੇ ਮੁੱਦੇ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਟੈਕਨੀਕਲ ਡਿਪਾਰਟਮੈਂਟ 'ਚ 15 ਕਰੋੜ ਰੁਪਏ ਦਾ ਲੈਣ ਦੇਣ ਦਾ ਘਪਲਾ ਸੀਗਾ, ਜਿਹਦੀ ਅਸੀਂ ਵਿਧਾਨ ਸਭਾ 'ਚ ਡਿਮਾਂਡ ਕੀਤੀ ਸੀ। ਅਸੀਂ ਆਪਣੀ ਸਰਕਾਰ 'ਚ ਉਦੋਂ ਅਸੀਂ ਡਿਮਾਂਡ ਕੀਤੀ ਸੀ, ਮੈਂ ਸੀ, ਇੱਕ ਸਾਡੇ ਸਾਥੀ ਨਿਰਮਲ ਸਿੰਘ ਸੀ, ਇੱਕ ਸੋਮ ਪ੍ਰਕਾਸ਼ ਜੀ ਸੀਗੇ, ਅਸੀਂ ਇੱਕ ਮੁਕਤਸਰ ਦੇ ਉਸ ਵੇਲੇ MLA ਸੀਗੇ। ਅਸੀਂ ਚਾਰਾਂ ਜਣਿਆਂ ਨੇ ਪੰਜਾਬ ਦੀ ਵਿਧਾਨ ਸਭਾ 'ਚ ਮੰਗ ਕੀਤੀ ਸੀ ਰੂਲਿੰਗ ਪਾਰਟੀ ਦੇ MLA ਹੋਣ ਨਾਤੇ। ਤੇ ਉਸ ਵੇਲੇ ਮਿਨਿਸਟਰ ਨੇ ਕਿਹਾ ਜੀ ਤੁਸੀਂ ਬਹਿ ਜਾਓ, ਤੁਸੀਂ ਰੂਲਿੰਗ ਪਾਰਟੀ ਦੇ ਆ। ਅਸੀਂ ਕਿਹਾ ਰੂਲਿੰਗ ਪਾਰਟੀ ਦੇ ਬਾਅਦ 'ਚ ਆ, ਸਾਡਾ ਇਹ ਫਰਜ਼ ਬਣਦਾ ਕਿ ਤੂੰ ਦੱਸ ਬਈ ਸ਼ਡਿਊਲ ਕਾਸਟ ਬੱਚਿਆਂ ਦਾ ਇਹ ਜਿਹੜਾ ਪੈਸਾ 15 ਕਰੋੜ ਰੁਪਈਆ ਕਿੱਥੇ ਗਿਆ। ਤੇ ਅਸੀਂ ਉਦੋਂ ਡਿਮਾਂਡ ਕੀਤੀ ਸੀ ਵੀ ਇਹਦੀ ਵਿਜੀਲੈਂਸ ਇਨਕੁਆਇਰੀ ਕਰਾਓ, ਤੇ ਮਿਨਿਸਟਰ ਸਾਹਿਬ ਨੇ ਹਾਊਸ ਵਿੱਚੋਂ ਵਾਕਆਊਟ ਕਰਤਾ ਸੀ, ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਨਾਲ ਹੀ ਵਿਜੀਲੈਂਸ ਇਨਕੁਆਇਰੀ ਮਾਰ ਕਰਤੀ ਸੀ, ਤੇ ਅਸੀਂ ਉਹ ਸਾਰੇ ਜ਼ਿੰਮੇਵਾਰ ਬੰਦੇ ਫੜ ਵੀ ਲਏ ਸੀ ਤੇ 15 ਕਰੋੜ ਦੀ ਰਿਕਵਰੀ ਵੀ ਕਰਾਈ ਸੀ। ਇੱਕ ਜਿਹੜਾ ਦਲਿਤ ਦੇ ਨਾਲ ਸੰਬੰਧਿਤ ਸਕੀਮਾਂ ਆ, ਜਿੱਦਾਂ ਖਾਸ ਕਰ ਸਕਾਲਰਸ਼ਿਪ ਸਕੀਮ ਆ, ਇਹ ਸਕੀਮ ਦੇ ਲਈ ਸਰਕਾਰਾਂ ਦੇ ਕੋਲ ਮੰਗਤੇ ਬਣ ਕੇ ਬੱਚਿਆਂ ਨੂੰ ਖੜਨਾ ਪੈਂਦਾ ਆ। ਸੜਕਾਂ 'ਤੇ ਕਾਲਜਾਂ ਸਟੂਡੈਂਟ ਨੂੰ ਜਿਹੜਾ ਪੇਪਰ ਦੇ ਵਿੱਚ ਬਹਿਣ ਲਈ ਰੋਲ ਨੰਬਰ ਨਹੀਂ ਮਿਲਦਾ, ਉਹਨਾਂ ਨੂੰ ਸੜਕ 'ਤੇ ਲਾਉਣ ਦਾ ਧਰਨੇ ਲਾਉਣੇ ਪੈਂਦੇ ਆ, ਜਦੋਂ ਕਿ ਉਹੀ ਟਾਈਮ ਉਹਨਾਂ ਦਾ ਪੜ੍ਹਾਈ ਦਾ ਹੁੰਦਾ ਆ। ਬਿਲਕੁਲ, ਦੇਖੋ ਆ ਚਾਹੇ ਜਲੰਧਰ ਲਾ ਲਓ, ਹੁਸ਼ਿਆਰਪੁਰ ਲਾ ਲਓ, ਰੋਪੜ ਲਾ ਲਓ, ਈਵਨ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ 'ਚ ਵੀ ਬੱਚਿਆਂ ਨੂੰ ਧਰਨੇ ਲਾਉਣੇ ਪਏ ਡਿਗਰੀਆਂ ਵਾਸਤੇ, ਰੋਲ ਨੰਬਰਾਂ ਵਾਸਤੇ। ਤੇ ਚਲੋ ਮੈਂ ਤਾਂ ਆਪਣਾ ਫਰਜ਼ ਸਮਝਦਾ ਹੋਇਆ ਅਸੀਂ ਤਾਂ ਹਰ ਪਲੇਟਫਾਰਮ ਤੇ ਰੌਲਾ ਪਾਇਆ। ਮੁਸ਼ਕਲ ਇਹ ਆ ਵੀ ਜਿਹੜੇ ਸਰਕਾਰੀ ਕਾਲਜ ਥੋੜ੍ਹੇ ਆ ਤੇ ਪ੍ਰਾਈਵੇਟ ਇੰਸਟੀਟਿਊਸ਼ਨਾਂ ਦੀ ਗਿਣਤੀ ਬਹੁਤ ਵੱਧ ਗਈ ਪਿਛਲੇ 15 ਸਾਲਾਂ 'ਚ, 20 ਸਾਲਾਂ 'ਚ। ਪ੍ਰਾਈਵੇਟ ਇੰਸਟੀਟਿਊਸ਼ਨ 'ਚ ਬਹੁਤੇ ਲੋਕ ਪ੍ਰੋਫਿਟ ਮੇਕਿੰਗ ਦੀ ਮਾਈਂਡਸੈਟ ਨਾਲ ਆਏ ਆ, ਉਹਨਾਂ ਦਾ ਕੋਈ ਏਜੰਡਾ ਐਜੂਕੇਸ਼ਨ 'ਚ ਸੇਵਾ ਵਾਲਾ ਨਹੀਂ, ਵਪਾਰ ਹੈ ਉਹਨਾਂ ਦਾ ਏਜੰਡਾ ਵਪਾਰ ਆ, ਪ੍ਰੋਫਿਟ ਮੇਕਿੰਗ ਆ। ਸੋ ਉਹ ਲੋਕ ਕਦੀ ਵੀ ਕੋਈ ਦਇਆ ਭਾਵਨਾ ਨਹੀਂ ਰੱਖਦੇ ਕਿ ਕੋਈ ਨਹੀਂ ਬੱਚੇ ਦੀ ਫੀਸ ਆ ਲੇਟ ਆ ਜੂਗੀ, ਅਸੀਂ ਬੱਚੇ ਨੂੰ ਪੜ੍ਹਾਈਏ।
ਉਹ ਮਜਬੂਰ ਕਰ ਦਿੰਦੇ ਬੱਚਿਆਂ ਨੂੰ ਸੜਕਾਂ ਤੇ ਬੈਠਣ ਲਈ ਤੇ ਬੱਚਿਆਂ ਨੂੰ ਲਾਈਨਾਂ 'ਚ ਖੜੇ ਕਰਨ ਲਈ। ਤੇ ਜਿੰਨੀ ਦੇਰ ਇਹਨੂੰ ਜਵਾਬਦੇਹ ਨਹੀਂ ਬਣਾਇਆ ਜਾਂਦਾ ਸਰਕਾਰਾਂ ਵੱਲੋਂ, ਤੇ ਸਰਕਾਰੀ ਐਜੂਕੇਸ਼ਨ ਸਿਸਟਮ ਨੂੰ ਮਜ਼ਬੂਤ ਨਹੀਂ ਕੀਤਾ ਜਾਂਦਾ, ਤੇ ਕੁਆਲਿਟੀ ਐਜੂਕੇਸ਼ਨ ਨਹੀਂ ਦਿੱਤੀ ਜਾਂਦੀ, ਬਰਾਬਰ ਦੀ ਐਜੂਕੇਸ਼ਨ। ਇਹ ਨਹੀਂ ਵੀ ਤੁਸੀਂ ਸਰਕਾਰੀ 'ਚ ਐਡਮਿਸ਼ਨਾਂ ਦੇ ਦਿਓ ਦੱਬੇ ਕੁਚਲੇ ਲੋਕ ਸਮਾਜ ਦੇ ਬੱਚਿਆਂ ਨੂੰ, ਪਰ ਐਜੂਕੇਸ਼ਨ ਦਾ ਲੈਵਲ ਹੋਵੇ ਹੀ ਨਾ ਕੋਈ, ਉਹ ਫਾਇਦਾ ਕੀ ਉਹ ਸਰਟੀਫਿਕੇਟ ਦਾ? ਸਰਟੀਫਿਕੇਟ ਜੇਬ 'ਚ ਪਾ ਕੇ ਜਾਂ ਮੱਥੇ ਤੇ ਜੋੜ ਕੇ ਥੋੜ੍ਹਾ ਤੁਰੇ ਫਿਰਨਾ, ਬੱਚੇ ਦੇ ਪੱਲੇ ਹੋਣਾ ਚਾਹੀਦਾ ਕੁਛ। ਤੁਸੀਂ ਵੀ ਕਦੀ ਅਕਾਲੀ ਸਰਕਾਰ ਵੇਲੇ ਜਦੋਂ ਬੱਚੇ ਧਰਨੇ ਤੇ ਬੈਠੇ ਹੋਣ, ਜਿਨ੍ਹਾਂ ਨੂੰ ਰੋਲ ਨੰਬਰ ਨਹੀਂ ਮਿਲੇ, ਉਹਨਾਂ ਨੂੰ ਜਾ ਕੇ ਉਹਨਾਂ ਕੋਲ ਰੋਲ ਨੰਬਰ ਦਿਵਾਏ ਕਦੀ? ਮੈਂ ਤਾਂ ਰੋਲ ਨੰਬਰ ਦਿਵਾਉਣ ਲਈ ਆਪਣੇ ਕੋਲੋਂ ਵੀ ਪੈਸੇ ਦਿੱਤੇ। ਚਲੋ ਇਹ ਗੱਲਾਂ ਕੋਈ ਦੱਸਣ ਵਾਲੀਆਂ ਨਹੀਂ, ਹੁਣ ਤੁਸੀਂ ਪੁੱਛਿਆ ਕਰਕੇ ਜੇ ਮੈਂ ਚੁੱਪ ਰਹਿ ਜਾਂਦਾ ਤਾਂ ਸੁਣਨ ਵਾਲਿਆਂ ਨੇ ਕਹਿਣਾ ਸੀ ਖਰੇ ਇਹ ਵੀ ਉੱਦਾਂ ਦੇ। ਕਿੰਨੇ ਸਟੂਡੈਂਟ ਹੋਣਗੇ? ਮੈਂ ਮੇਰੇ ਖਿਆਲ ਸੈਂਕੜੇ ਸਟੂਡੈਂਟ ਜਿਨ੍ਹਾਂ ਦੀਆਂ ਫੀਸਾਂ ਮੈਂ ਆਪ ਦਿੱਤੀਆਂ ਆਪਣੇ ਕੋਲੋਂ, ਤੇ ਸੈਂਕੜੇ ਬੱਚੇ ਐਸੇ ਹੋਣੇ ਆ ਜਿਨ੍ਹਾਂ ਨੂੰ ਮੈਂ ਸਰਕਾਰੀ ਫੰਡਾਂ ਵਿੱਚੋਂ, ਜਿਹੜੇ ਇੱਕ ਚੀਫ ਪਾਰਲੀਮੈਂਟਰੀ ਸੈਕਟਰੀ ਦੇ ਕੋਲ ਫੰਡ ਹੁੰਦੇ ਆ, ਉਹਦੇ ਵਿੱਚੋਂ ਕਈਆਂ ਨੂੰ ਮੈਂ ਲੈਪਟਾਪ ਲੈ ਕੇ ਦਿੱਤੇ, ਜਿਹੜੇ ਬੱਚੇ ਗਰੀਬ ਸੀ, ਕਈਆਂ ਦੀਆਂ ਮੈਂ ਫੀਸਾਂ ਦਿੱਤੀਆਂ। ਸੋ ਜਿੰਨਾ ਕੁ ਮੇਰੀ ਆਤਮਾ ਹੈ ਜਿਹੜੀ, ਉਹ ਮੈਂ ਕਰ ਸਕਦਾ, ਜਿੰਨਾ ਕੁ ਉਹ ਮੈਂ ਕਰਦਾ ਰਿਹਾ। ਤੇ ਮੈਂ ਤਾਂ ਹੁਣ ਉਦੋਂ ਹੀ ਨਹੀਂ, ਮੈਂ ਤਾਂ ਹੁਣ ਵੀ ਪਿੱਛੇ ਜੇ ਅਸੀਂ HMB ਕਾਲਜ ਪ੍ਰੋਬਲਮ ਹੋ ਗਈ, ਮੈਂ ਉਦੋਂ ਵੀ 32,000 ਰੁਪਇਆ ਦੇ ਕੇ ਆਇਆ ਉੱਥੇ, ਮੈਂ ਦੱਸਿਆ ਥੋੜ੍ਹੀ ਕਿਸੇ ਨੂੰ। ਤਾਂ ਹੁਣ ਤੁਸੀਂ ਪੁੱਛਿਆ ਕਰਕੇ ਦੱਸਣਾ ਚਾਹੀਦਾ ਮੈਨੂੰ। ਸੋ ਇਹ ਗੱਲ ਆ ਵੀ ਸਾਡਾ ਸਾਰਿਆਂ ਦਾ ਫਰਜ਼ ਆ, ਚਲੋ ਐਜੂਕੇਸ਼ਨ ਜਿਹੜੀ ਆ ਉਹ ਪ੍ਰਾਇੋਰਟੀ ਹੋਣੀ ਚਾਹੀਦੀ ਹੈ। ਇੱਕ ਮੋਦੀ ਸਰਕਾਰ ਨੇ ਕਿਹਾ ਵੀ ਜਿਹੜਾ ਐਜੂਕੇਸ਼ਨ ਦਾ ਮੁੱਦਾ ਆ ਇਹ ਸੂਬਾ ਸਰਕਾਰਾਂ ਦਾ ਹੈ, ਇਹਦੇ ਵਿੱਚ ਜਿਹੜੀਆਂ ਸੈਂਟਰ ਸਰਕਾਰ ਹੈ ਫੰਡ ਨਹੀਂ ਦਊਗੀ। ਨਹੀਂ, ਇਦਾਂ ਦੀ ਤਾਂ ਮੈਂ ਨਹੀਂ ਸੁਣੀ ਕੋਈ ਗੱਲ ਵੀ ਉਹਨਾਂ ਨੇ ਕਿਹਾ ਹੋਵੇ ਕਿਸੇ ਸੈਂਟਰ ਗੌਰਮੈਂਟ ਨੇ ਵੀ ਇਹ ਸੂਬਾ ਗੌਰਮੈਂਟ ਦਾ ਜਾਂ ਸੈਂਟਰ ਫੰਡ ਨਹੀਂ ਦਊਗਾ। ਅਸਲ 'ਚ ਜਿਹੜਾ ਐਜੂਕੇਸ਼ਨ ਆ ਇਹ ਸੂਬਾ ਸਬਜੈਕਟ ਹੀ ਹੁੰਦਾ, ਇਹ ਸਟੇਟ ਸਬਜੈਕਟ ਹੈ। ਜਿਹੜੀ ਸਕਾਲਰਸ਼ਿਪ ਸਕੀਮ ਹੈ ਤੇ ਸੈਂਟਰ ਦੀ ਸਕੀਮ ਆ, ਸੂਬਾ ਸਰਕਾਰਾਂ 'ਚ ਨਹੀਂ ਹੈਗੀ। ਸਕਾਲਰਸ਼ਿਪ ਇਜ਼ ਅ ਡਿਫਰੈਂਟ ਮੈਟਰ। ਜਿਹੜਾ ਐਜੂਕੇਸ਼ਨ ਆ ਉਹ ਸਟੇਟ ਸਬਜੈਕਟ ਆ, ਤੇ ਜਿਹੜਾ ਸਕਾਲਰਸ਼ਿਪ ਸੈਂਟਰ ਭੇਜਦਾ ਆ ਉਹ ਇਕੱਲੇ ਪੰਜਾਬ ਨੂੰ ਨਹੀਂ ਦਿੰਦਾ, ਉਹ ਪੂਰੇ ਦੇਸ਼ 'ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਸ਼ਡਿਊਲ ਕਾਸਟ, ਫਾਰ ਬੈਕਵਰਡ ਕਲਾਸਿਸ, ਫਾਰ ਮਾਈਨੋਰਟੀਜ਼, ਚਾਹੇ ਮੁਸਲਮਾਨ, ਕ੍ਰਿਸਚਨ, ਬੋਧੀ ਆ, ਉਹਨਾਂ ਨੂੰ ਵੀ ਦਿੰਦੇ ਹੋ। ਤੇ ਅਫਸੋਸ ਇਸ ਗੱਲ ਦਾ ਆ ਵੀ ਜਿਨ੍ਹਾਂ ਸੂਬਿਆਂ 'ਚ SC ਆਬਾਦੀ ਜ਼ਿਆਦੀ ਹੈ, ਉਹਨਾਂ ਸੂਬਿਆਂ 'ਚ ਉਹਦੀ ਮਿਸਯੂਜ਼ ਹੁੰਦੀ ਬਹੁਤ ਵੱਡੇ ਪੱਧਰ 'ਤੇ। ਕੁਛ ਜਿਹੜੇ ਰੂਲਿੰਗ ਪਾਰਟੀਆਂ 'ਚ ਬੈਠੇ ਬੰਦੇ ਹੁੰਦੇ, ਜਿਹੜੇ ਸਟਰੋਂਗ ਹੁੰਦੇ ਆ, ਉਹ ਧਿਆਨ ਨਹੀਂ ਦੇ ਪਾਉਂਦੇ, ਉਹ ਇਹਨੂੰ ਪ੍ਰਾਇੋਰਟੀ ਨਹੀਂ ਸਮਝਦੇ ਵੀ ਇਹ ਕੋਈ ਜ਼ਰੂਰੀ ਮੁੱਦਾ। ਉਹ ਕਹਿੰਦਾ ਪੜ੍ਹਾਈ ਨਿਆਣਿਆਂ ਦੇ ਮਾਂ ਪਿਓ ਕਰਾਉਣ, ਨਿਆਣੇ ਆਪ ਕਰਨ, ਸਾਡੀ ਥੋੜ੍ਹੀ ਜ਼ਿੰਮੇਵਾਰੀ ਹੈ। ਸੋ ਕਾਂਗਰਸ ਦੀ ਸਰਕਾਰ ਨੇ 2017 'ਚ ਜਦੋਂ ਮੈਨੀਫੈਸਟੋ ਬਣਾਇਆ ਮਨਪ੍ਰੀਤ ਬਾਦਲ ਨੇ, ਤਾਂ ਉਹਨੇ ਮੈਨੀਫੈਸਟੋ 'ਚ ਕਿਹਾ ਕਿ ਅਕਾਲੀ ਸਰਕਾਰ ਤਾਂ ਪਹਿਲੀ ਤੋਂ ਲੈ ਕੇ 12ਵੀਂ ਤੱਕ ਮੁਫਤ ਪੜ੍ਹਾਈ ਦਿੰਦੀ ਆ ਨਾ, ਸਾਈਕਲ ਦਿੰਦੇ ਆ ਤੁਸੀਂ, ਵਰਦੀਆਂ ਦਿੰਦੇ ਬੱਚਿਆਂ ਨੂੰ। ਕਹਿੰਦੇ ਵੀ ਜੇ ਕਾਂਗਰਸ ਦੀ ਸਰਕਾਰ ਆ ਗਈ ਤਾਂ ਅਸੀਂ ਪਹਿਲੀ ਕਲਾਸ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਮੁਫਤ ਪੜ੍ਹਾਈ ਦੇਵਾਂਗੇ, ਔਰ ਨਾਲ ਸਪੈਸ਼ਲ ਕਿਹਾ ਕਿ ਕੁਆਲਿਟੀ ਐਜੂਕੇਸ਼ਨ ਦੇਵਾਂਗੇ। ਹੁਣ ਜਦੋਂ ਅਸੀਂ ਪੁੱਛਦੇ ਹਾਂ ਉਹਨਾਂ ਨੂੰ ਵੀ ਤੁਸੀਂ ਵਾਅਦਾ ਕੀਤਾ ਸੀ ਵੋਟਾਂ 'ਚ ਲੋਕਾਂ ਨਾਲ ਵੀ ਪਹਿਲੀ ਕਲਾਸ ਤੋਂ ਗ੍ਰੈਜੂਏਸ਼ਨ ਤੱਕ ਮੁਫਤ ਪੜ੍ਹਾਈ ਦੇਣੀ ਆ, ਤੇ ਹੁਣ ਲੋਕਾਂ ਨੇ ਤੁਹਾਨੂੰ ਭਾਈ ਜਿਤਾਤਾ, ਹੁਣ ਕਰੋ ਇੱਧਰ ਨੂੰ ਕੰਮ, ਹੁਣ ਉਹ ਭੁੱਲ ਗਿਆ। ਹੁਣ ਕਹਿੰਦੇ ਆ ਕੇਂਦਰ ਦੇਵੇ, ਜਾਂ ਤਾਂ ਉਦੋਂ ਕਹਿੰਦੇ ਵੀ ਕੇਂਦਰ ਹੀ ਦੇਵੇ। ਇਹ ਵੋਟਾਂ ਲੈਣ ਲਈ ਚਿਹਰਾ ਹੋਰ ਬਣਾ ਲੈਂਦੇ ਆ, ਲੋਕਾਂ ਨੂੰ ਬੇਵਕੂਫ ਬਣਾਉਣ ਲਈ ਲਿਖਤੀ ਉਦੋਂ ਫਾਰਮ ਵੀ ਭਰਾ ਲਿਆ ਵੀ ਨੌਕਰੀ ਵੀ ਘਰ ਘਰ ਦੇਵਾਂਗੇ, ਤੇ ਪੜ੍ਹਾਈ ਦਾ ਵੀ ਕਹਿ ਦਿੱਤਾ ਵੀ ਅਸੀਂ BA ਤੱਕ ਗ੍ਰੈਜੂਏਸ਼ਨ ਤੱਕ ਦੇਵਾਂਗੇ। ਹੁਣ ਪਿੱਛੇ ਹਟ ਗਿਆ ਉੱਥੋਂ। ਜਿੱਦਾਂ ਦਲਿਤਾਂ ਦੇ ਮੁੱਦਿਆਂ 'ਤੇ ਜਿਹੜੇ ਦਲਿਤ ਲੀਡਰ ਵੀ ਆ, ਉਹ ਵੀ ਜਿਹੜੇ ਰਾਜਨੀਤੀ ਕਰਦੇ ਆ, ਜਿਹੜਾ ਉਸ ਮੁੱਦੇ ਨੂੰ, ਜਿਹੜਾ ਉਸ ਮਸਲਾ ਹੁੰਦਾ ਦਲਿਤਾਂ ਨਾਲ ਸੰਬੰਧਿਤ, ਉਹਨੂੰ ਸੁਲਝਾਉਣ ਦੀ ਬਜਾਏ ਉਲਝਾ ਦਿੰਦੇ ਆ। ਦੇਖੋ ਉਲਝਾਉਣ ਵਾਲੇ ਵੀ ਹੁੰਦੇ ਆ, ਸੁਲਝਾਉਣ ਵਾਲੇ ਵੀ ਹੁੰਦੇ ਆ। ਤੇ ਜੇ ਹੁਣ ਅਸੀਂ ਇਹ ਮੁੱਦਾ ਸਾਹਮਣੇ ਲੈ ਕੇ ਆਂਦਾ, ਮੈਂ ਸਮਝਦਾ ਕਿ ਆਹ ਜਿਹੜਾ ਘਪਲਾ ਹੋਇਆ, ਸਕੈਂਡਲ ਆ, ਇਹਦੇ ਵਿੱਚ ਨਾ ਸਾਰਿਆਂ ਲੀਡਰਾਂ ਨੂੰ, ਦਲਿਤ ਲੀਡਰਾਂ ਨੂੰ ਇਕੱਠੇ ਹੋ ਕੇ
ਸਖਤ ਐਕਸ਼ਨ ਕਰਾਉਣਾ ਚਾਹੀਦਾ ਉਹਨਾਂ ਅਧਿਕਾਰੀਆਂ ਦੇ ਖਿਲਾਫ ਤੇ ਲੀਡਰ ਦੇ ਖਿਲਾਫ, ਮਿਨਿਸਟਰ ਦੇ ਖਿਲਾਫ, ਤਾਂ ਕਿ ਆਉਣ ਵਾਲੇ 20-30 ਸਾਲ ਕੋਈ ਵੀ ਅਧਿਕਾਰੀ ਹੋਵੇ, ਕੋਈ ਵੀ ਮਿਨਿਸਟਰ ਐਮਐਲਏ ਹੋਵੇ, ਉਹ ਇਹ ਸੋਚੇ ਬਿਨਾ ਕਿ ਮੈਂ ਗਰੀਬ ਦੇ ਬੱਚਿਆਂ ਦੀ ਪੜ੍ਹਾਈ ਦੇ ਵਿੱਚੋਂ ਕੋਈ ਪੈਸਾ ਖਾਣਾ ਹੈ। ਅਸਲ 'ਚ ਸਾਡਾ ਜਿਹੜਾ ਸਿਸਟਮ ਆ ਜਾਂਚ ਦਾ ਤੇ ਕਾਨੂੰਨੀ, ਉਹ ਲੰਬਾ ਬਹੁਤ ਆ। ਉਹ ਇੰਨਾ ਲੰਬਾ ਆ ਕਿ ਪੈਸੇ ਖਾਣ ਵਾਲਾ ਕਹਿੰਦਾ ਖਾ ਕੇ ਛੱਕ ਕੇ ਪਰੇ ਹੋਵੋ, ਇੰਨੇ ਲੰਬੀ ਲੜਾਈ ਲੜੂ ਕਿਹੜਾ ਸਾਡੇ ਖਿਲਾਫ। ਇਸ ਕਰਕੇ ਕਰਪਸ਼ਨ ਵੱਧ ਰਹੀ ਹੈ ਬਹੁਤ ਜ਼ਿਆਦਾ। ਤੇ ਐਤਕੀ ਹੁਣ ਇਹ ਕਲੀਅਰ ਕੱਟ ਜਿਹੜਾ ਕੇਸ ਬਣ ਗਿਆ, ਇਹ ਰੱਬ ਵੱਲੋਂ ਹੀ ਜਾਂ ਤੁਹਾਡੇ ਵਰਗੇ ਸੱਜਣਾ ਦੀ ਮਦਦ ਦੇ ਨਾਲ ਇਹ ਕਲੀਅਰ ਕੱਟ ਕੇਸ ਬਣ ਗਿਆ ਘਪਲੇ ਦਾ। ਜੇ ਇਹਦੇ ਵਿੱਚ ਆਪਾਂ ਸਾਰੇ ਰਲ ਕੇ ਇੱਕ ਮਤ ਹੋ ਕੇ ਆਪਾਂ ਲੱਗ ਜਾਈਏ ਇਹਦੇ ਮਗਰ, ਸਾਰੇ ਜਾਣੇ ਭੁੱਲ ਜਾਈਏ ਕੌਣ ਕਿਹੜੀ ਪਾਰਟੀ ਦਾ, ਇਹਦੇ ਵਿੱਚ ਸਜ਼ਾ ਹੋ ਜਾਵੇ, ਤਾਂ ਆਉਣ ਵਾਲੇ ਸਮੇਂ 'ਚ ਕੋਈ ਘੱਟੋ ਘੱਟ ਸ਼ਡਿਊਲਡ ਕਾਸਟ ਸਕੀਮਾਂ ਦਾ ਪੈਸਾ ਖਾਣ ਦੀ ਜ਼ਰੂਰਤ ਨਹੀਂ ਕਰੂਗਾ।